ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਅੱਜ 12 ਜੁਲਾਈ ਦਿਨ ਬੁੱਧਵਾਰ 'ਤੇ ਜੁੜ ਚੁੱਕੇ ਨੇ ਆਪਣੇ ਨਾਲ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਰਾਜਕਰਨਵੀਰ ਸਿੰਘ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਜੀ ਕਲੋਵਿਸ ਤੋਂ, ਸਾਊਥ ਵੈਸਟ ਫਾਰਮੇਸੀ ਬੇਕਰਸਫੀਲਡ ਵਾਲੇ। ਇਹਨਾਂ ਦੀਆਂ ਉੱਥੇ 2 ਲੋਕੇਸ਼ਨਸ ਨੇ, ਤੋਂ ਹਰ ਤਰੀਕੇ ਦੀਆਂ ਤੁਸੀਂ ਦਵਾਈਆਂ ਲੈ ਸਕਦੇ ਹੋ। ਉਹਨਾਂ ਦਾ ਨੰਬਰ 661-837-5700। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਫੇਕ ਫੋਟੋ ਪਾ ਕੇ ਹਿੰਸਾ ਭੜਕਾਉਣ ਦੇ ਦੋਸ਼ ਹੇਠ ਭਾਜਪਾ ਦੇ IT ਸੈੱਲ ਦਾ ਸਕੱਤਰ ਗ੍ਰਿਫਤਾਰ। ਦੇਖੋ ਰਾਜਕਰਨਵੀਰ ਸਿੰਘ ਜੀ, ਬੰਗਾਲ ਦੇ ਵਿੱਚ ਜਿਹੜੀ ਹਿੰਸਾ ਹੋਈ ਹੈ ਪਿਛਲੇ ਦਿਨੀ, ਉਹਦੇ ਵਿੱਚ ਜਿਸ ਤਰੀਕੇ ਦਾ ਇਹਨਾਂ ਨੇ ਰੋਲ ਅਦਾ ਕੀਤਾ, ਉਹਨੂੰ ਦੇਖ ਕੇ ਤੇ ਸ਼ਰਮ ਮਹਿਸੂਸ ਆਉਂਦੀ ਹੈ ਕਿ ਇਹ ਲੋਕ ਇਸ ਸਮੇਂ ਦੇਸ਼ ਦੀ ਸੱਤਾ ਦਾ ਸੰਚਾਲਨ ਕਰਦੇ ਪਏ ਆ। ਉਹਨਾਂ ਲੋਕਾਂ ਦੇ ਹੱਥ ਵਿੱਚ ਦੇਸ਼ ਦਾ ਭਵਿੱਖ ਆ, ਜਿਹੜੇ ਲੋਕ ਦੇਸ਼ ਵਿੱਚ ਬਲ ਦੀ ਅੱਗ ਨੂੰ ਬੁਝਾਉਣ ਦੀ ਥਾਂ ਤੇ ਉਹਨੂੰ ਹੋਰ ਭੜਕਾਉਣ ਦਾ ਕੰਮ ਕਰਦੇ ਪਏ ਆ। ਕਮਾਲ ਦੀ ਗੱਲ ਹੈ। ਦੇਖੋ, ਇਹ ਜੋ ਬੰਗਾਲ ਦੇ ਵਿੱਚ ਫਸਾਦ ਛਿੜਿਆ, ਇਹਦੀ ਵਜ੍ਹਾ ਇੱਕ ਬੇਵਕੂਫ ਲੜਕਾ ਸੀਗਾ ਜਿਹੜਾ 16-17 ਸਾਲਾਂ ਦਾ ਸੀ, ਜਿਹਨੇ ਪੈਗੰਬਰ ਹਜ਼ਰਤ ਮੁਹੰਮਦ ਦੀ ਤਸਵੀਰ ਉਹਨੂੰ ਵਿਗਾੜ ਕੇ ਪੋਸਟ ਕਰ ਦਿੱਤੀ। ਉਸ ਤੋਂ ਬਾਅਦ ਉੱਥੇ ਬਹੁਤ ਵੱਡੇ ਪੱਧਰ ਤੇ ਦੰਗਾ ਫਸਾਦ ਹੋਇਆ। ਬਹੁਤ ਮਾੜੀ ਗੱਲ ਹੋਈ। ਮੁਸਲਮਾਨ ਵੀ ਭੜਕਾਹਟ ਦੇ ਵਿੱਚ ਆ ਗਏ, ਉਹਨਾਂ ਨੇ ਹਿੰਦੂਆਂ ਦੇ ਘਰਾਂ ਤੇ ਹਮਲੇ ਕੀਤੇ, ਗਲਤ ਗੱਲ ਸੀ। ਫਿਰ ਬਾਅਦ ਦੇ ਵਿੱਚ ਜੋ ਉਹਦਾ ਰਿਐਕਸ਼ਨ ਹੋਇਆ ਉਹ ਵੀ ਗਲਤ ਸੀ। ਬਾਅਦ ਦੇ ਵਿੱਚ ਮਮਤਾ ਬੈਨਰਜੀ ਨੇ ਜਿਸ ਤਰੀਕੇ ਦਾ ਰੋਲ ਅਦਾ ਕੀਤਾ ਉਹ ਵੀ ਗਲਤ ਸੀ। ਪਰ ਜਿਸ ਤਰੀਕੇ ਦਾ ਇਹਨਾਂ ਨੇ ਇਹ ਚੰਦ ਚਾੜਿਆ ਉਹ ਤੇ ਗਲਤ ਦਾ ਗਲਤ ਸੀ। ਇਹ ਹੁਣ ਜਿਹੜਾ ਅੱਜ ਸੱਜਣ ਗ੍ਰਿਫਤਾਰ ਹੋਇਆ, ਇਹਦਾ ਨਾਮ ਹੈ ਤਰੁਣ ਸੈਨ ਗੁਪਤਾ। ਤਰੁਣ ਸੈਨ ਗੁਪਤਾ ਇਹਨਾਂ ਦੇ IT ਸੈੱਲ ਦਾ ਸਕੱਤਰ ਹੈ। ਇਹਨੂੰ ਗ੍ਰਿਫਤਾਰ ਕੀਤਾ ਗਿਆ ਇਸ ਕਰਕੇ ਕਿਉਂਕਿ ਇਹਨੇ ਇੱਕ ਫੇਕ ਫੋਟੋ ਪਾ ਕੇ ਉੱਥੇ ਲਾਂਬੂ ਲਾਉਣ ਦੀ ਕੋਸ਼ਿਸ਼ ਕੀਤੀ ਔਰ ਇਹ ਲੋਕ ਕਾਮਯਾਬ ਵੀ ਰਹੇ। ਹੁਣ ਮੈਂ ਤੁਹਾਨੂੰ 2-3 ਉਦਾਹਰਨਾਂ ਦੇ ਦਿੰਦਾ ਜਿਹਦੇ ਨਾਲ ਤੁਸੀਂ ਬਹੁਤ ਸੁਖਿਆਲੇ ਸਮਝ ਜਾਓਗੇ ਕਿ ਆਖਰ ਉੱਥੇ ਖੇਡ ਕੀ ਖੇਡੀ ਜਾ ਰਹੀ ਸੀ। ਮਸਲਨ ਕਿ ਇਸੇ ਹੀ ਤਰੁਣ ਸੈਨ ਗੁਪਤਾ ਨੇ ਇੱਕ ਫੇਸਬੁੱਕ ਤੇ ਪੋਸਟ ਪਾਈ ਜਿਹਦੇ ਚ ਨੇ ਇੱਕ ਫੋਟੋ ਅਪਲੋਡ ਕੀਤੀ। ਫੋਟੋ ਦੇ ਵਿੱਚ ਦਿਖਾਇਆ ਗਿਆ ਕਿ ਇੱਕ ਹਿੰਦੂ ਔਰਤ ਦੀ ਸਾੜੀ ਖਿੱਚੀ ਜਾ ਰਹੀ ਹੈ ਮੁਸਲਮਾਨ ਵੱਲੋਂ, ਇਹਦਾ ਕਹਿਣਾ ਸੀਗਾ। ਔਰ ਕਮਾਲ ਦੀ ਗੱਲ ਹੈ ਕਿ ਇਸੇ ਫੋਟੋ ਨੂੰ ਮੁੜ ਕੇ ਇਹਨਾਂ ਦੀ ਇੱਕ ਆਗੂ ਹੈ ਵਿਜੇਤਾ ਮਲਿਕ, ਉਹਨੇ ਇੰਸਟਾਗ੍ਰਾਮ ਤੇ ਵੀ ਪੋਸਟ ਕਰ ਦਿੱਤਾ। ਪਰ ਦਰਅਸਲ ਇਸ ਫੋਟੋ ਦਾ ਉਸ ਬੰਗਾਲ ਦੇ ਨਾਲ ਜਾਂ ਉਸ ਦੰਗੇ ਦੇ ਨਾਲ ਕੋਈ ਤਾਲੁਕਾਤ ਹੀ ਨਹੀਂ ਸੀ। ਇਹ ਅਸਲ ਦੇ ਵਿੱਚ ਫੋਟੋ ਇੱਕ ਭੋਜਪੁਰੀ ਫਿਲਮ ਦੀ ਸੀ ਜਿਹੜੀ 2014 ਚ ਬਣੀ, ਉਹਦਾ ਨਾਮ ਸੀ ਔਰਤ ਖਿਲੌਣਾ ਹੈ। ਸੋ ਇਸੇ ਕਰਕੇ ਅੱਜ ਤਰੁਣ ਸੈਨ ਗੁਪਤਾ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਇਹਦਾ ਤੇ ਕੋਈ ਲਾਗਾ ਦੇ ਗਈ ਹੈ ਨਹੀਂ ਸੀ ਦੰਗਿਆਂ ਨਾਲ ਜਿਹੜੀ ਤੂੰ ਫੋਟੋ ਪੋਸਟ ਕੀਤੀ ਹੈ। ਇਸ ਤਰ੍ਹਾਂ ਹੀ ਅੱਗੇ ਵੀ ਚਲੋ, ਮੈਂ ਤੁਹਾਨੂੰ 1-2 ਹੋਰ ਇਹਨਾਂ ਦੇ ਬੰਦਿਆਂ ਦੇ ਕਾਰਨਾਮੇ ਦੱਸਦਾ। ਭਾਰਤੀ ਜਨਤਾ ਪਾਰਟੀ ਦੀ ਮਹਿਲਾ ਮੋਰਚਾ ਦੀ ਮੀਤ ਪ੍ਰਧਾਨ ਹੈ ਗੀਤਾ S ਕਪੂਰ, ਜਿਹਨੂੰ ਖੁਦ ਪ੍ਰਧਾਨ ਮੰਤਰੀ ਟਵਿੱਟਰ ਤੇ ਜਾ ਕੇ ਫੋਲੋ ਕਰਦਾ ਹੈ। ਖੁਦ ਪ੍ਰਧਾਨ ਮੰਤਰੀ ਉਹਨੇ ਇੱਕ ਜੋੜੇ ਦੀ ਜ਼ਖਮੀ ਹਾਲਤ ਚ ਫੋਟੋ ਪੋਸਟ ਕਰ ਦਿੱਤੀ ਤੇ ਲਿਖ ਦਿੱਤਾ ਕਿ ਇਹ ਸੌਭਿਕ, ਜਿਹੜੇ ਮੁੰਡੇ ਨੇ ਹਜ਼ਰਤ ਮੁਹੰਮਦ ਦੀ ਫੋਟੋ ਪਾਈ ਸੀਗੀ, ਕਿ ਇਹ ਉਹਦੇ ਮਾਂ ਪਿਓ ਹੈ ਤੇ ਮੁਸਲਮਾਨਾਂ ਨੇ ਕੁੱਟ-ਕੁੱਟ ਕੇ ਇਹਨਾਂ ਦਾ ਦੇਖੋ ਆਹ ਹਾਲ ਕਰ ਦਿੱਤਾ। ਪਰ ਉਹ ਵੀ ਤਸਵੀਰ ਜਿਹੜੀ ਉਹ ਅਸਲੀ ਨਹੀਂ ਸੀ। ਅਸਲ ਦੇ ਵਿੱਚ ਉਹ ਇੰਡੀਆ ਦੀ ਹੀ ਤਸਵੀਰ ਨਹੀਂ ਸੀ। ਉਹ ਤੇ 2014 ਦੇ ਵਿੱਚ ਬੰਗਲਾਦੇਸ਼ ਦੇ ਅੰਦਰ ਕਿਸੇ ਹਿੰਦੂ ਜੋੜੇ ਤੇ ਇੱਕ ਹਮਲਾ ਹੋਇਆ ਸੀ, ਉਸ ਹਮਲੇ ਦੀ ਤਸਵੀਰ ਸੀ। ਦੇਖੋ, ਉਹ ਇੰਡੀਆ ਦੇ ਜੋੜੇ ਦੀ ਤਸਵੀਰ ਨਹੀਂ ਸੀ ਜਿਹੜੀ ਦਿਖਾਈ ਗਈ ਕਿ ਇਹ ਉਸ ਮੁੰਡੇ ਦੇ ਮਾਪਿਆਂ ਦੀ ਫੋਟੋ ਹੈ ਜਿਹਨੇ ਇਸ ਫਸਾਦ ਦਾ ਮੁੱਢ ਬੰਨਿਆ ਸੀ।
ਜੇ ਆਪਾਂ ਅੱਗੇ ਗੱਲ ਕਰੀਏ, ਇਹਨਾਂ ਦੀ ਭਾਰਤੀ ਜਨਤਾ ਪਾਰਟੀ ਦੀ ਇੱਕ ਤਰਜਮਾਨ ਹੈ ਬਹੁਤ ਵੱਡੀ, ਨੂਪੁਰ ਸ਼ਰਮਾ, ਔਰ ਜੁਆਇੰਟ ਸੈਕਟਰੀ ਹੈ ਸ਼ਿਵ ਪ੍ਰਕਾਸ਼। ਉਹਨਾਂ ਨੇ ਤਾਂ ਕਮਾਲ ਹੀ ਕਰ ਦਿੱਤੀ, ਉਹਨਾਂ ਨੇ ਨਾ ਰਿਕਾਰਡ ਹੀ ਤੋੜ ਦਿੱਤਾ। ਉਹਨਾਂ ਨੇ ਕੀ ਕੀਤਾ ਕਿ ਬੰਗਾਲ ਦੀਆਂ ਸਾੜ ਫੂਕ ਵਾਲੀਆਂ ਤਸਵੀਰਾਂ ਧੜੱਲੇ ਨਾਲ ਪੋਸਟ ਕੀਤੀਆਂ, ਔਰ ਅੱਗਜਨੀ ਵਾਲੀਆਂ ਬਹੁਤ ਵੱਡੇ ਵੱਡੇ ਕੈਪਸ਼ਨ ਲਿਖ ਕੇ, ਵੱਡੇ ਵੱਡੇ ਭੜਕਾਊ ਬਿਆਨ ਲਿਖ ਕੇ। ਪਰ ਹੱਦ ਦੀ ਗੱਲ ਇਹ ਹੈ ਕਿ ਉਹ ਫੋਟੋਆਂ ਜਿਹੜੀਆਂ ਉਹ ਗੁਜਰਾਤ ਦੇ ਵਿੱਚ ਵਾਪਰੇ ਕਤਲੇਆਮ ਦੀਆਂ ਸਨ, ਜੋ ਗੁਜਰਾਤ ਦੇ ਵਿੱਚ ਵਾਪਰਿਆ 2002, ਯਾਨੀ ਆਪਣੀ ਨਾਕਾਮੀ ਨੂੰ ਹੀ ਮੜ ਦਿੱਤਾ ਬੰਗਾਲ ਦੇ ਸਿਰ ਤੇ। ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੇ ਕੀ ਕਰਦੇ ਪਏ ਸਨ ਇਹ ਲੋਕ। ਹੁਣ ਜੋ ਮਮਤਾ ਬੈਨਰਜੀ ਦੋਸ਼ ਲਾਉਂਦੀ ਸੀ ਕਿ ਹਿੰਸਾ ਠੀਕ ਹੈ ਹੋਈ ਹੈ, ਪਰ ਬਹੁਤੀ ਹਿੰਸਾ ਇਹਨਾਂ ਦੇ ਆਪਣੇ ਬੰਦਿਆਂ ਨੇ ਆ ਕੇ ਇੱਥੇ ਭੜਕਾਈ ਹੈ। ਸੋ ਸਾਡਾ ਨੁਕਸਾਨ ਇਸ ਕਰਕੇ ਹੋਇਆ। ਹੁਣ ਤੁਸੀਂ ਇਸ ਦੇਸ਼ ਦੇ ਆਪ ਹੀ ਹਾਲਾਤ ਹੈ ਜਿਹੜੇ ਅੰਦਾਜ਼ ਲਓ ਕਿ ਜਿਹੜੇ ਲੋਕਾਂ ਨੇ ਇੱਥੇ ਸ਼ਾਂਤੀ ਦੇ ਯਤਨ ਕਰਨੇ, ਜਿਨ੍ਹਾਂ ਦੇ ਜ਼ਿੰਮੇ ਹੈ ਕਿ ਉਹ ਅਮਨ ਸ਼ਾਂਤੀ ਨੂੰ ਬਣਾਈ ਰੱਖਣ, ਉਹ ਕਿਸ ਤਰ੍ਹਾਂ ਦੀਆਂ ਕਰਤੂਤਾਂ ਕਰਦੇ ਆ। ਪਰ ਸਾਡੇ ਲੋਕ ਵੀ ਇਹੋ ਜਿਹੇ ਆ ਕਿ ਉਹ ਸੱਚ ਝੂਠ ਦਾ ਨਿਸਤਾਰਾ ਕਰਨ ਦੀ ਬਜਾਏ ਉਹ ਜਿਵੇਂ ਕਹਿ ਦਿੰਦੇ ਆ ਨਾ ਕਿ ਫਲਾਣਾ ਤੇਰਾ ਕੰਨ ਕੁੱਤਾ ਲੈ ਗਿਆ, ਕੰਨ ਵੇਖਣ ਦੀ ਥਾਂ ਤੇ ਕੁੱਤੇ ਦੇ ਮਗਰ ਜੁੱਤੀ ਚੁੱਕ ਲੈਂਦੇ ਆ ਕਿ ਹਾਂ ਸਾਡਾ ਕੰਨ ਲੈ ਗਿਆ, ਬਾਅਦ ਚ ਪਤਾ ਲੱਗਦਾ ਕਿ ਕੰਨ ਤੇ ਨਾ ਲਿਆ। ਸੋ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ। ਪਰ ਜੋ ਹਾਲ ਦੀ ਘੜੀ ਲੋਕਾਂ ਦੀ ਸੋਚ ਤੇ ਲੀਡਰਾਂ ਦੀ ਸੋਚ ਦਾ ਜੇ ਆਪਾਂ ਸਿੱਟਾ ਕੱਢੀਏ ਤਾਂ ਕਿਸੇ ਕਵੀ ਨੇ ਖੂਬ ਕਿਹਾ ਸੀ, ਉਹਨੇ ਕਿਹਾ ਸੀ ਬਸ 2-4 ਅਫਵਾहें उड़ा दो, यहाँ जब चाहे दंगा करा दो, रोटी वोटी लोग भूल जाएंगे, बस मंदिर मस्जिद मुद्दा उठा दो, भड़काना हो अगर बेवकूफों को सिर्फ एक फर्जी वीडियो चला दो, ना समझ नदान भेड़ों का झुंड है, जिधर मर्जी आए उधर हंका दो। तो सानू ये मिथ तोड़नी चाहिए। जी बिल्कुल बिल्कुल। अगली गल मिंटू गुरसेवा जी ਆਪਾਂ ਕਰਦੇ ਹਾਂ ਵੀ ਦਾਗੀਆਂ ਨੂੰ ਚੋਣ ਲੜਨ ਤੋਂ ਰੋਕਣ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਲਤਾੜਿਆ। ਦੇਖੋ ਇਹ ਰਾਜਕਰਨਵੀਰ ਸਿੰਘ ਜੀ ਇੱਕ ਬਹੁਤ ਭਖਦਾ ਮੁੱਦਾ ਹੈ ਜੀ, ਜਿਹਦੇ ਤੇ ਕਈ ਵਾਰ ਅੱਗੇ ਵੀ ਬਹਿਸਾਂ ਹੋ ਚੁੱਕੀਆਂ। ਅਸਲ ਦੇ ਵਿੱਚ ਇੱਕ ਕਾਨੂੰਨ ਬਣ ਚੁੱਕਾ ਹੈ, ਜੇ ਕੋਈ ਸਜ਼ਾ ਯਾਫਤਾ ਹੈ ਤੇ ਉਸ ਤੋਂ ਬਾਅਦ ਉਹ ਕੁਝ ਸਾਲ ਲਈ ਚੋਣ ਨਹੀਂ ਲੜ ਸਕਦਾ। ਪਰ ਇੱਕ ਸੱਜਣ ਨੇ ਪਟੀਸ਼ਨ ਪਾਈ ਹੈ, ਉਹ ਸੱਜਣ ਕੋਈ ਹੋਰ ਨਹੀਂ, ਭਾਰਤੀ ਜਨਤਾ ਪਾਰਟੀ ਦਾ ਹੀ ਇੱਕ ਕਾਰਕੁਨ ਹੈ, ਜਿਹਨੇ ਪਟੀਸ਼ਨ ਪਾਈ ਹੈ ਕਿ ਕੁਝ ਸਾਲ ਲਈ ਨਹੀਂ, ਮਸਲਨ 5-6 ਸਾਲ ਦਾ ਬੈਨ ਨਾ ਹੋਵੇ ਜੋ ਸਜ਼ਾ ਯਾਫਤਾ ਹੈ, ਉਹਦੇ ਤੇ ਉਮਰ ਭਰ ਦੀ ਪਾਬੰਦੀ ਲਾ ਦਿੱਤੀ ਜਾਵੇ। ਸੁਪਰੀਮ ਕੋਰਟ ਹੁਣ ਉਸ ਮੁੱਦੇ ਤੇ ਸੁਣਵਾਈ ਕਰਦਾ ਪਿਆ। ਉਹ ਕਹਿੰਦਾ ਕਿ ਭਾਰਤ ਦੇ ਨਾਗਰਿਕ ਨੇ ਇੱਕ ਬਹੁਤ ਅਹਿਮ ਨੁਕਤਾ ਚੁੱਕਿਆ, ਇਹਦੇ ਤੇ ਚਰਚਾ ਹੋਣੀ ਚਾਹੀਦੀ ਹੈ। ਉੱਥੇ ਜੋ ਸਟੈਂਡ ਜਾ ਕੇ ਸਪਸ਼ਟ ਕੀਤਾ ਹੈ ਚੋਣ ਕਮਿਸ਼ਨ ਨੇ, ਉਹ ਬੜਾ ਹਾਸੋਹੀਣਾ। ਜਿਹੜਾ ਤੇ ਇਹਨਾਂ ਨੇ ਪਹਿਲਾਂ ਹਲਫਨਾਮਾ ਦਿੱਤਾ ਸੀਗਾ, ਉਹਦੇ ਚ ਕਿਹਾ ਜੀ ਹਾਂਜੀ ਅਸੀਂ ਸਪੋਰਟ ਕਰਦੇ ਹਾਂ ਇਸ ਚੀਜ਼ ਦੀ, ਅਸੀਂ ਇਸ ਮੰਗ ਦੀ ਸਪੋਰਟ ਕਰਦੇ ਹਾਂ ਕਿ ਪੂਰਨ ਤੌਰ ਤੇ ਹੀ ਬੰਦੇ ਨੂੰ ਬੈਨ ਕਰ ਦੇਣਾ ਚਾਹੀਦਾ ਜੋ ਸਜ਼ਾ ਯਾਫਤਾ, ਵਕਤੀ ਤੌਰ ਤੇ ਨਹੀਂ, ਉਹਨੂੰ ਪੂਰਨ ਤੌਰ ਤੇ ਪਾਬੰਦ ਕਰ ਦੇਣਾ ਚਾਹੀਦਾ। ਪਰ ਕਮਾਲ ਦੀ ਗੱਲ ਹੈ ਕਿ ਜਦੋਂ ਅੱਜ ਉਹਨਾਂ ਨੇ ਸੁਣਵਾਈ ਦੇ ਦੌਰਾਨ ਆਪਣਾ ਸਟੈਂਡ ਰੱਖਿਆ, ਉੱਥੇ ਉਹਨਾਂ ਦੇ ਤੇਵਰ ਹੀ ਬਦਲ ਗਏ। ਉਹ ਕਹਿੰਦੇ ਜੀ ਅਸੀਂ ਸਿਆਸਤ ਦੇ ਵਿੱਚ ਜੋ ਅਪਰਾਧ ਵੱਧਦਾ ਹੈ ਇਹਨੂੰ ਠੱਲਣ ਦੀ ਵਕਾਲਤ ਕਰਦੇ ਹਾਂ। ਮਤਲਬ ਜੋ ਹਲਫਨਾਮਾ ਦਿੱਤਾ ਕਿ ਅਸੀਂ ਇਸ ਮੰਗ ਦੀ ਵਕਾਲਤ ਕਰਦੇ ਹਾਂ, ਅਸੀਂ ਸ਼ਾਦੀ ਭਰਦੇ ਹਾਂ ਇਸ ਗੱਲ ਦੀ, ਉਹ ਫਿਰ ਸੁਣਵਾਈ ਦੇ ਦੌਰਾਨ ਹੀ ਪਲਟ ਗਏ ਉਸ ਗੱਲ ਤੋਂ ਕਿ ਨਹੀਂ ਜੀ ਅਸੀਂ ਤੇ ਸਿਆਸਤ ਦੇ ਵਿੱਚ ਜੋ ਅਪਰਾਧੀਆਂ ਦੀ ਦਰ ਵੱਧਦੀ ਪਈ, ਅਪਰਾਧੀਆਂ ਦੀ ਸ਼ਮੂਲੀਅਤ ਵੱਧਦੀ ਪਈ ਹੈ, ਅਸੀਂ ਤੇ ਇਹਨੂੰ ਠੱਲਣ ਦੇ ਹੱਕ ਦੇ ਵਿੱਚ, ਮਤਲਬ ਕਿ ਆਪਣਾ ਸਟੈਂਡ ਬਦਲ ਗਏ। ਫਿਰ ਸੁਪਰੀਮ ਕੋਰਟ ਨੇ ਕਾਫੀ ਝਾੜਾਂ ਪਾਈਆਂ ਉਹਨਾਂ ਨੂੰ, ਔਰ ਇੱਥੋਂ ਤੱਕ ਕਿਹਾ ਕਿ ਤੁਸੀਂ ਕਹਿਣਾ ਕੀ ਚਾਹੁੰਦੇ ਹੋ, ਤੁਸੀਂ ਸਪਸ਼ਟ ਕਰੋ ਤੁਹਾਡੇ ਦਿਲ ਦੇ ਵਿੱਚ ਕੀ ਆ। ਦੂਜੀ ਗੱਲ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਵਿਧਾਇਕਾਂ ਤੋਂ ਡਰਦੇ ਹੋ, ਵਿਧਾਨ ਪਾਲਿਕਾ ਤੋਂ ਡਰਦੇ ਹੋ, ਇਹਨਾਂ ਸਿਆਸਤਦਾਨਾਂ ਤੋਂ ਡਰਦੇ ਹੋ, ਤੇ ਤੁਸੀਂ ਕੋਰਟ ਨੂੰ ਸਾਫ਼-ਸਾਫ਼ ਦੱਸ ਦਿਓ। ਪਰ ਤੁਸੀਂ ਦੱਸੋ ਤੇ ਸਹੀ ਕਿ ਤੁਸੀਂ ਚਾਹੁੰਦੇ ਕੀ ਹੋ। ਇੱਕ ਹਲਫਨਾਮੇ 'ਚ ਤੁਸੀਂ ਕਹਿੰਦੇ ਹੋ ਕਿ ਹਾਂਜੀ ਇਸ ਮੰਗ ਦੀ ਅਸੀਂ ਵਕਾਲਤ ਕਰਦੇ ਹਾਂ, ਦੂਸਰੇ ਪਾਸੇ ਸੁਣਵਾਈ ਦੇ ਦੌਰਾਨ ਹੀ ਤੁਸੀਂ ਜਰਕ ਜਾਂਦੇ ਹੋ, ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਅਸੀਂ ਸਿਆਸਤ ਦੇ ਵਿੱਚ ਜੋ ਅਪਰਾਧੀਆਂ ਦੀ ਗਿਣਤੀ ਵੱਧਦੀ ਪਈ ਹੈ ਅਸੀਂ ਉਹਨੂੰ ਰੋਕਣ ਲਈ ਯਤਨਸ਼ੀਲ ਹੋਣ ਦੀ ਵਕਾਲਤ ਕਰਦੇ ਹਾਂ। ਸੋ ਸੁਪਰੀਮ ਕੋਰਟ ਨੇ ਕਾਫੀ ਝਾੜਾਂ ਪਾਈਆਂ ਨੇ, ਪਰ ਇੱਥੇ ਰਾਜਕਰਨਵੀਰ ਸਿੰਘ ਦੀ ਹਾਲਾਤ ਹੈ ਜਿਹੜੇ ਉਹ ਇਹੋ ਜਿਹੇ ਬਣਦੇ ਜਾ ਰਹੇ ਦਿਨੋਂ ਦਿਨ। ਦਾਗੀਆਂ ਤੇ ਸਿਰਫ ਬਹਿਸ ਹੀ ਹੋ ਰਹੀ ਹੈ, ਪਰ ਦਾਗੀਆਂ ਦੀ ਗਿਣਤੀ ਘੱਟ ਨਹੀਂ ਹੋ ਰਹੀ। ਦੇਖੋ ਜਿਹੜੀ ਆ ਸਾਡੀ 16ਵੀਂ ਸੰਸਦ ਚਲੰਤ ਸੰਸਦ ਆ, ਇਹਦੇ ਵਿੱਚ ਆંકੜਾ ਪਿਛਲੀ ਸੰਸਦ ਦੇ ਨਾਲ, ਯਾਨੀ ਜਿਹੜੀ 15ਵੀਂ ਸੰਸਦ ਸੀਗੀ ਉਹਦੇ ਨਾਲੋਂ ਵੱਧ ਕੇ ਉਹ 160 ਦਾਗੀਆਂ ਦੀ ਸੀ,
ये 186 की हो गई, मतलब कि गिनती बढ़ गई। और ये 112 संसद मैंबरां ते तां राज करनवीर सिंह जी बहुत भैड़े भैड़े मुकदमे चलते, भैड़े भैड़े तो भाव ते गंभीर, किसी ते बलात्कार दा, किसी ते डकैती दा, किसी ते फरौती दा, अगवा दा, किसी ते कतल दा, किसी ते इरादा कतल दा, 112 संसद मैंबरां ते इहो ਜਿਹੇ केस चलन रहे आ। और कमाल की गल तो यह है कि जिहड़ी भारतीय जनता पार्टी है ਉਹਨੇ ਇਹ ਦਾਅਵਾ ਕੀਤਾ ਸੀਗਾ ਕਿ ਅਸੀਂ ਸੰਸਦ ਨੂੰ ਬੇਦਾਗ ਬਣਾਵਾਂਗੇ, ਤੇ ਉਸ ਭਾਰਤੀ ਜਨਤਾ ਪਾਰਟੀ ਦੇ ਵਿੱਚ 98 ਇਹੋ ਜਿਹੇ ਸੰਸਦ ਆ ਜਿਹੜੇ ਕਿ ਖੁਦ ਦਾਗੀ ਆ। ਪ੍ਰਧਾਨ ਮੰਤਰੀ ਨੇ ਆਪਣੇ ਪ੍ਰਚਾਰ 'ਚ ਇਸ ਗੱਲ ਨੂੰ ਬਹੁਤ ਵੱਡੇ ਪੱਧਰ ਤੇ ਉਭਾਰਿਆ ਸੀਗਾ ਕਿ ਅਸੀਂ ਆਵਾਂਗੇ ਤੇ ਅਸੀਂ ਸੰਸਦ ਨੂੰ ਬੇਦਾਗ ਕਰ ਦਿਆਂਗੇ। ਪਰ ਦੂਜੇ ਪਾਸੇ ਉਹਨਾਂ ਦੀ ਕਥਨੀ ਤੇ ਕਰਨੀ 'ਚ ਕਿੰਨਾ ਕੁ ਅੰਤਰ ਆ, ਇਸ ਗੱਲ ਦਾ ਤੁਸੀਂ ਕਿਆਫਾ ਇੱਥੋਂ ਹੀ ਲਾ ਲਓ ਕਿ ਇਹਨਾਂ ਨੇ ਜਿਹੜਾ ਪਹਿਲਾ ਮੰਤਰੀ ਮੰਡਲ ਗਠਿਤ ਕੀਤਾ ਸੀ ਉਹਦੇ 'ਚ ਇਹਨਾਂ ਨੇ 66 ਮੈਂਬਰ ਲਏ ਸਨ। 31% ਮੰਤਰੀਆਂ ਤੇ ਇਹਨਾਂ ਤੇ ਵੱਡੇ ਵੱਡੇ ਦਾਗ ਲੱਗੇ ਸਨ, ਵੱਡੇ ਵੱਡੇ ਉਹਨਾਂ ਤੇ ਕੇਸ ਚੱਲਦੇ ਪਏ ਸਨ। 20 ਮੰਤਰੀਆਂ ਨੇ ਤੇ ਆਪਦੇ ਹਲਫਨਾਮੇ 'ਚ ਸਵੀਕਾਰ ਕੀਤਾ ਸੀਗਾ ਕਿ ਮਹਾਰਾਜ ਸਾਡੇ ਤੇ ਕੇਸ ਚੱਲਦੇ ਆ, ਤੇ ਉਹਨਾਂ ਦੇ ਵਿੱਚੋਂ ਇੱਕ ਸੱਜਣ ਇਹੋ ਜਿਹਾ ਸੀ ਜਿਹਨੇ ਸਹੁੰ ਚੁੱਕਣ ਲੱਗਿਆ ਹਲਫਨਾਮਾ ਦੇ ਕੇ ਕਿਹਾ ਸੀ ਕਿ ਦਾਸ ਤੇ ਸਿਰਫ 318 ਕਰੋੜ ਦੇ ਗਵਨ ਦਾ ਕੇਸ ਆ, ਬਾਕੀ 10 ਸਾਰੇ ਕੰਨੀਆਂ ਤੋਂ ਸਾਫ਼ ਆ। ਇਹੋ ਜਿਹਾ ਮੰਤਰੀ ਮੰਡਲ ਗਠਿਤ ਕੀਤਾ ਸੀ ਉਸ ਨਰਿੰਦਰ ਮੋਦੀ ਨੇ, ਜਿਹਨੇ ਇਹ ਨਾਅਰਾ ਦਿੱਤਾ ਸੀਗਾ ਕਿ ਸੰਸਦ ਸਾਫ਼ ਹੋਣੀ ਚਾਹੀਦੀ ਹੈ। ਔਰ ਅਸੀਂ ਸਾਰੇ ਕਹਿੰਦੇ ਆ, ਸਾਰੇ ਇਹ ਸੋਚਦੇ ਆ ਕਿ ਇਸ ਤਰ੍ਹਾਂ ਦੀ ਜਿਹੜੀ ਤਾਦਾਦ ਵੱਧਦੀ ਜਾਂਦੀ, ਹੁਣ ਜਿੰਨੀ ਇਹ ਤਾਦਾਦ ਵਧੇਗੀ, ਜਿਹੜੇ ਅੰਡਰ ਟਰਾਇਲ ਨੇ ਸਿਆਸਤਦਾਨ, ਉਹਨਾਂ ਦੇ ਕੇਸਾਂ ਦਾ ਇੱਕ ਦਿਨ ਫੈਸਲਾ ਵੀ ਹੋਏਗਾ, ਫਿਰ ਉਹਨਾਂ ਦੀ ਸਜ਼ਾਦਾਰ ਵੀ ਕਿਤੇ ਨਾ ਕਿਤੇ ਅੱਗੇ ਵਧੇਗੀ ਇਨ ਫਿਊਚਰ। ਤਾਂ ਫਿਰ ਆਹੀ ਰੌਲਾ ਜੋ ਹੁਣ ਇਸ ਸਮੇਂ ਜਿਹੜੇ ਸੁਣਵਾਈ ਹੈ ਕਿ ਕੀ ਉਹਨਾਂ ਤੇ ਵਕਤੀ ਤੌਰ ਤੇ ਪਾਬੰਦੀ ਲਾਈ ਜਾਵੇ ਜਾਂ ਪੱਕੇ ਤੌਰ ਤੇ ਦਰਵਾਜ਼ੇ ਬੰਦ ਕਰ ਦਿੱਤੇ ਜਾਣ। ਦੂਜੇ ਪਾਸਿਓਂ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ ਜੇ ਤੁਸੀਂ ਇਹੋ ਜਿਹਾ ਕੰਮ ਕਰਨਾ ਹੈ, ਇਹੋ ਜਿਹਾ ਢਾਂਚਾ ਅਪਣਾਉਣਾ ਤੇ ਫਿਰ ਤੁਹਾਨੂੰ ਇਸ ਤਰ੍ਹਾਂ ਦਾ ਇੱਕ ਸੰਵਿਧਾਨਕ ਦਾਇਰਾ ਲਿਆਉਣਾ ਪਵੇਗਾ ਕਾਨੂੰਨ ਦਾ, ਜਿਹਦੇ 'ਚ ਕਿ ਫਾਸਟ ਟਰੈਕ ਕੋਰਟਾਂ ਹੋਣ, ਜਿਹਦੇ 'ਚ ਸਾਲ ਦੇ ਅੰਦਰ ਅੰਦਰ ਤੁਸੀਂ ਇਹਨਾਂ ਦੇ ਮੁਕੱਦਮਿਆਂ ਦਾ ਯੱਬ ਨਿਬੇੜ ਦਿਓ, ਫਿਰ ਵੱਧ ਤੋਂ ਵੱਧ 6 ਮਹੀਨੇ ਜਿਹੜੀਆਂ ਅਪਰ ਕੋਰਟਸ ਨੇ ਉਹ ਆਪਣਾ ਫੈਸਲਾ ਦੇ ਦੇਣ। ਤੇ ਇਸ ਤਰ੍ਹਾਂ ਸਾਲ 2 ਸਾਲ ਦੇ ਵਿੱਚ ਇਹਨਾਂ ਦਾ ਮੁਕੱਦਮਾ ਬੰਨੇ ਲੱਗ ਜਾਵੇ, ਤੇ ਜੇ ਬੰਨੇ ਲੱਗ ਗਿਆ, ਜੇ ਕੋਈ ਦਾਗੀ ਆ ਤੇ ਫਿਰ ਉਹਨੂੰ ਬਾਹਰ ਕਰ ਦਿੱਤਾ ਜਾਵੇ, ਤੇ ਜੇ ਦਾਗ ਨਿਕਲਿਆ ਤੇ ਉਹਨੂੰ ਸੰਸਦ ਦੇ ਵਿੱਚ ਜਾਣ ਦੀ ਆਗਿਆ ਹੋਵੇ। ਪਰ ਕੁੱਲ ਮਿਲਾ ਕੇ ਇਹ ਸਾਰੀਆਂ ਗੱਲਾਂ ਉਦੋਂ ਕਹੀਆਂ ਜਾਂਦੀਆਂ ਜਦੋਂ ਇਹ ਲੋਕ ਵਿਰੋਧੀ ਧਿਰ 'ਚ ਹੁੰਦੇ ਆ, ਜਦੋਂ ਸੱਤਾ ਤੋਂ ਬਾਹਰ ਹੁੰਦੇ ਆ, ਉਦੋਂ ਕਹਿੰਦੇ ਕਿ ਨਹੀਂ ਜੀ ਸੰਸਦ ਦੇ ਵਿੱਚ ਦਾਗੀਆਂ ਦੀ ਗਿਣਤੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ। ਉਹ ਜਿਵੇਂ ਆਂਦੇ ਹੁੰਦੇ ਨਾ ਕਿ ਪਰਾਏ ਹੱਥ ਕਈ ਸੋਹਣੀ ਲੱਗਦੀ ਹੈ, ਪਰ ਜਦੋਂ ਆਪਦੇ ਹੱਥ ਆ ਜਾਂਦੀ ਹੈ ਫਿਰ ਉਹ ਪਾਹ ਬਣ ਜਾਂਦੀ ਹੈ। ਹੁਣ ਨਰਿੰਦਰ ਮੋਦੀ ਸਾਹਿਬ ਕਿੰਨਾ ਕਹਿੰਦੇ ਸਨ, ਜਿਵੇਂ ਮੈਂ ਤੁਹਾਨੂੰ ਦੱਸਿਆ, ਪਰ ਉਹ ਹੁਣ ਜਦੋਂ ਸੱਤਾ ਦੇ ਵਿੱਚ ਆਏ ਆ ਤੇ ਹੁਣ ਉਹੀ ਕਹਿ ਦਿੰਦੇ ਆ ਕਿ ਜੀ ਕੋਈ ਗੱਲ ਨਹੀਂ, ਹਾਲੇ ਅਸੀਂ ਦੇਖਾਂਗੇ, ਇਸ ਮੁੱਦੇ ਨੂੰ ਵਿਚਾਰਾਂਗੇ। ਸੋ ਇਹ ਇੱਕ ਧਾਰਨਾ ਬਦਲਣ ਦੀ ਜ਼ਰੂਰਤ ਆ। ਇਹ ਨਹੀਂ ਹੋਣਾ ਚਾਹੀਦਾ ਕਿ ਜਦੋਂ ਤੁਸੀਂ ਵਿਰੋਧੀ ਧਿਰ 'ਚੋਂ ਤੇ ਤੁਸੀਂ ਕਹਿੰਦੇ ਹੋ ਕਿ ਦਾਗੀ ਆ ਜਿਹੜੇ ਸੰਸਦ 'ਚ ਨਹੀਂ ਹੋਣੇ ਚਾਹੀਦੇ, ਜਦੋਂ ਤੁਸੀਂ ਸੱਤਾ 'ਚ ਆ ਜਾਂਦੇ ਹੋ ਤੇ ਫਿਰ ਉਹ ਜਿਵੇਂ ਡਿਟਰਜੈਂਟ ਦੀ ਇੱਕ ਮਸ਼ਹੂਰੀ ਆਉਂਦੀ ਹੁੰਦੀ ਹੈ ਕਿ ਦਾਗ ਅੱਛੇ ਆ। ਇਹ ਪਹਿਲਾਂ ਤੇ ਇਹਨਾਂ ਨੂੰ ਧਾਰਨਾ ਤੋੜਨੀ ਪਵੇਗੀ। ਪਰ ਜਿਹੜਾ ਚੋਣ ਕਮਿਸ਼ਨ ਦਾ ਇਹ ਦੋਹਰਾ ਰਵੱਈਆ, ਇਹ ਕਿਤੇ ਨਾ ਕਿਤੇ ਰਾਜ ਕਰਨਵੀਰ ਸਿੰਘ ਜੀ ਮੱਥਾ ਇਹ ਵੀ ਠਣਕਾਉਂਦਾ ਕਿ ਪਿਛਲੇ ਦਿਨੀ ਇਹਨਾਂ ਨੇ ਵੱਧ ਅਧਿਕਾਰ ਮੰਗੇ ਸਨ ਤੇ ਸਾਨੂੰ ਜੁਡੀਸ਼ੀਅਲ ਪਾਵਰਾਂ ਦਿੱਤੀਆਂ ਜਾਣ ਕਿ ਅਸੀਂ ਆਪਣੇ ਪੱਧਰ ਤੇ ਅਸੀਂ ਕਾਰਵਾਈ ਕਰ ਸਕੀਏ ਨੇਤਾਵਾਂ ਤੇ। ਹੁਣ ਲੋਕੀ ਕਹਿੰਦੇ ਕਿ ਚੰਗਾ ਹੋਇਆ ਇਹਨਾਂ ਨੂੰ ਪਾਵਰਾਂ ਨਹੀਂ ਮਿਲੀਆਂ। ਜਿਸ ਤਰ੍ਹਾਂ ਦਾ ਚੋਣ ਕਮਿਸ਼ਨ ਦੋਗਲਾ ਜਿਹਾ ਰਵੱਈਆ ਦਿਖਾਉਂਦਾ ਪਿਆ, ਇਹਨਾਂ ਨੇ ਪਾਵਰਾਂ ਲੈ ਕੇ ਪਾਵਰਫੁਲ ਵਿਅਕਤੀਆਂ ਲਈ ਹੀ ਵਰਤਣੀਆਂ ਸਨ ਤੇ ਵਰਤਣੀਆਂ ਉਹਨਾਂ ਤੇ ਸੀਗੀਆਂ ਜਿਹੜੇ ਵਿਰੋਧੀ ਹੁੰਦੇ, ਪਾਵਰਫੁਲ ਲੋਕਾਂ ਦੇ ਵਿਰੋਧੀ ਹੁੰਦੇ। ਇਸ ਕਰਕੇ ਚੋਣ ਕਮਿਸ਼ਨ ਦਾ ਵੀ ਜਿਹੜਾ ਵਜੂਦ ਆ ਕਿਤੇ ਨਾ ਕਿਤੇ ਉਹ ਵੀ ਸਵਾਲਾਂ ਦੇ ਦਾਇਰੇ 'ਚ ਆ। ਜੀ ਜੀ ਅਗਲੇ ਆਪਾਂ ਸਵਾਲ ਦੇ ਵੱਲ, ਗੱਲ ਦੇ ਵੱਲ ਵਧੀਏ। ਮਿੰਟੂ ਜੀ, ਵੀ ਬਜਰੰਗ ਦਲ ਦੇ ਕਾਰਕੁਨਾਂ ਨੇ ਇੱਕ ਇਮਾਮ ਨੂੰ ਕੁੱਟ ਕੇ ਭਾਰਤ ਮਾਤਾ ਦੀ ਜੈ ਖਵਾਉਣ ਦੀ ਕੋਸ਼ਿਸ਼ ਕੀਤੀ, 4 ਚੁਫੇਰਿਓਂ ਨਿੰਦਾ ਹੋ ਰਹੀ ਹੈ। ਇਹਨਾਂ ਨੇ ਕੰਮ ਹੀ ਨਿੰਦਾ ਵਾਲਾ ਕੀਤਾ। ਦੇਖੋ ਅੱਜ ਕਾਫੀ ਥਾਵਾਂ ਤੇ ਰੋਸ ਪ੍ਰਦਰਸ਼ਨ ਹੋਏ, ਜੋ ਅਮਰਨਾਥ ਯਾਤਰਾ ਹਮਲੇ ਦਾ ਸ਼ਿਕਾਰ ਹੋਈ ਹੈ, ਉਹਦੇ ਵਿੱਚ ਵੀ ਦੇਖੋ ਕਿੱਡੀ ਤਰਾਸਦੀ ਹੈ ਇਸ ਮੁਲਕ ਦੀ ਕਿ ਇੱਕ ਡਰਾਈਵਰ ਨੇ ਕਿੱਦਾਂ ਆਪਦੀ ਜਾਨ ਖੋਲ ਕੇ 50 ਦੇ ਕਰੀਬ ਜਾਨਾਂ ਬਚਾਈਆਂ। ਔਰ ਸਿਰਫ ਤੇ ਸਿਰਫ ਇਸ ਕਰਕੇ ਕੁਛ ਲੋਕਾਂ ਨੇ ਏਜੰਡਾ ਬਣਾ ਦਿੱਤਾ ਕਿ ਜੀ ਇਹ ਤੇ ਅੱਤਵਾਦੀਆਂ ਦਾ ਹੋ ਸਕਦਾ ਕਿਉਂਕਿ ਉਹ ਮੁਸਲਮਾਨ ਸੀ। ਜੇ ਕੋਈ ਹਿੰਦੂ ਡਰਾਈਵਰ ਹੁੰਦਾ ਤੇ ਸ਼ਾਇਦ ਹੁਣ ਤੱਕ ਉਹਦੇ ਲਈ ਭਾਰਤ ਰਤਨ ਦੀ ਮੰਗ ਕੀਤੀ ਜਾ ਚੁੱਕੀ ਹੈ, ਪਰ ਮੁਸਲਮਾਨ ਸੀ। ਉਹਦੀ ਵਫਾਦਾਰੀ ਨੂੰ ਵੀ
शक के तराजू च तोलिया गया। हालांकि भारतीय मीडिया ने उसका बहुत साथ दिता और जिहड़ियां सवारियां सी उन्होंने भी कहा कि किते ना किते गलती सातों हुई है, असी इनू मजबूर कर दिता कि असी रोटी पानी छक लीए। रोटी पानी छकद्या छकाउंदे सानू घंटा डेढ़ घंटे की जिहड़ी लेट लत्ती सी चलानी पई ते बाद च सिटा ये निकलिया। और दूजी गल हुण लोकल मीडिया जिहड़ा कह रहा वो राज करनवीर सिंह जी इस मसले का एक होर ट्विस्ट आ, वो कहते हैं कि दरअसल इस बस नूं निशाना बनाया ही नहीं सी गया। असल दे विच अतवादी सीगे जिहड़े उन्हां ने पुलिस ते हमला कीता सी, पर वो जो भजदे पे सन हमला करके रस्ते दे विच बस मिल गई और अचनचेती उन्होंने हमला इहदे ते कर दिता। वो इतफाकन बस है जिहड़ी गुजरात ही निकल आई, जिथों ये मुद्दा जिहड़ा होर भी ज्यादा पक्या। हुण इस मुद्दे ते जिहड़े इत्थों दे अखौती राष्ट्रवादी है वो भड़के पे आ, उन्हां दीयां भावनावां बहुत ज्यादा भड़कियां। वैसे तो सारा मुल्क ही गुस्से च आ, सारे मुल्क नूं इस घटना का बड़ा दुख होया, पर कुछ अखौती राष्ट्रवादी जिन्हां दा ये हमेशा ही तवाज़न रहिंदा है कि जदों मौका मिले तो असीं अपनी अखौती राष्ट्रवाद है जिहड़ी ਉਹਦਾ प्रदर्शन करिए, गलिए गलिए असी चुराहे चुराहे जाके दसीए कि असी सब तो ज्यादा वफादार लोग हैं इस मुल्क। उन्हां दे विचों एक टोला है जिहड़ा वो हिसार दे विच एक मस्जिद के अगे पहुंच गया, उथों दा जिहड़ा इमाम सीगा उहनूं बाहर कढ लिया, कहंदे बोल भारत माता की जय। मैं कहा मेरी गल ते सुनो, गल की है? भारत माता की जय गल मैं कह दूंगा, पर गल ते दसो क्यों कवां, मैनूं की सबूत देना पवेगा कि मैं इस देश का वफादार हाँ। तो उहदे कहण लई की एक शर्त गई है कि वही वफादार हो सकता है जिहड़ा भारत माता की जय कहूगा। हुण ते संजीव शर्मा अतवादी जी फड़िया गया ना, उन्हें पता नहीं किन्ने कुछ जलसियां च भारत माता की जय कहा होगा। तो उन्हें हाले ये तर्क देने शुरू कर दिते थे, एक दो ने उसे चपेड़ा मार दी इमाम दे। इमाम बेचारा उन्होंने तो जान छुड़ा के भज के दोबारा उस मस्जिद से बढ़ गया। उन्होंने नारेबाजी की ते नाल कैमरे के सामने हिक ठोक के क्या कि देखो ये भारत माता की जय नहीं कहते, ये रोटी साडी खांदे आ, उत्तों गोलियां साडियां मारदे आ, गोलियां सानू मारदे आ, साडियां ये आखियां नहीं मनदे, ये करते वो करते जो करते, बहुत उन्होंने इत्थे बका बकिया। हालांकि पुलिस ने तुरंत हरकत च आउंदियां इन्हां 25 व्यक्तियों के खिलाफ मामला दर्ज कर लिया। पर कमाल की गल यह कि सारा शहर कही जाता है कि आ फलाना फलाना, इत्थों तक कि जिहड़ियां बाइटां आईयां ने टैलीविजन चैनलों से जिहड़ियां उन्होंने आप दित्तियां कि हाँ जी असीं बजरंग दल दे असीं कारकुन आ, फलाना साडा नाम है, फलाना साडा अहुदा, उन्हां बंदियां नूं भी बाई नेम नामजद करन दी थां ते लिख दिता गया जी कि 25 अणपछाते। सो जिन्हां नूं सारा शहर पछाणदा पिया, जिहड़े खुद कहंदे कि साडी आइडेंटिटी ये है, उन्हां नूं अणपछाते दस के परचा दर्ज कर लिया गया। पर जो भी हो रहा है इस देश दे विच, जो वापर रहा राज करनवीर जी, वो चंगा नहीं वापर रहा। अज एक होर वीडियो आई है जिहदे च एक सिख मुंडे नूं अलड़ मुंडा उहनूं कुੱਟਿਆ जा रहा, दसदे कि राजस्थान दे विच वो वीडियो बनाई गई है, पता नहीं पुरानी है या नवीं है। इस तरह दी बहुत सारियां वीडियो जिहड़ियां घुमदियां फिरदियां। तां ये जो एक वरतारा चल पिया, नाले ते घट गिनती लोकां नूं जलील कीता जांदा, उत्तों वीडियो बना के फिर वायरल की जाती है जानबूझ के, फिर अपनी हिक थापड़ी जाती है कि असीं बहुत वड्डे राष्ट्रवादी हाँ। तो मेरे ख्याल दे नाल इन्हां लोकां ते सख्ती करन दी जरूरत आ। हुण लोक इस गल तो बहुत ज्यादा घबराउंदे आ कि जिस तरीके दे ये हुल्लड़बाज खुल के मैदान च आ गए आ, इसे दिन कोई बहुत बड़ा नुकसान ना हो जाए इस मुल्क का। कुछ चंगे लोग हुण ये गल सोचते आ, विचारते आ ते दुआ के रूप में कहते भी है कि अब तो धर्म कोई ऐसा चलाया जाए जिससे इंसान को इंसान बनाया जाए। मेरे दुख दर्द का तुझ पर हो असर कुछ ऐसा कि मैं रहूं भूखा तो तुझसे भी खाना ना खाया जाए। जी जी। ड्रग मामले ਦੇ ਵਿੱਚ ਦੱਸਿਆ ਜਾਂਦਾ ਵੀ ਈਡੀ ਵੱਲੋਂ 2 ਸਾਬਕਾ ਮੰਤਰੀਆਂ ਖਿਲਾਫ ਜਿਹੜਾ ਜੀ ਕੁਝ ਕਰਨ ਦੀ ਜਿਹੜੀ ਉਮੀਦ ਜੀ ਹੈ ਜਾਂ ਕਰ ਰਹੇ ਨੇ। देखो राज करनवीर सिंह जी, ਇਹਦੇ ਚ ਅੱਜ ਜਿਹੜੀ ਵੱਡੀ ਕਾਰਵਾਈ ਹੋਈ ਆ ਉਹਦੇ ਚ 2 ਨਾਮ ਬੜੇ ਪ੍ਰਮੁੱਖ ਆ। ਇੱਕ ਤੇ ਹੈਗਾ ਸਰਵਨ ਸਿੰਘ ਫਲੌਰ ਜਿਹੜਾ ਸਾਬਕਾ ਜੇਲ੍ਹ ਮੰਤਰੀ ਹੈ, ਜਿਹਦਾ ਮੁੰਡਾ ਦਮਨਵੀਰ ਸਿੰਘ। ਦਮਨਵੀਰ ਨੇ ਵਾਕਿਆ ਇਸ ਬੰਦੇ ਦਾ ਦਮਨ ਕਰ ਦਿੱਤਾ, ਵਿਚਾਰਾ ਪਤਾ ਨਹੀਂ ਕਿੰਨਾ ਸੰਘਰਸ਼ ਕਰਕੇ ਇਸ ਅਹੁਦੇ ਤੱਕ ਪਹੁੰਚਿਆ ਸੀ, ਮਿੱਟੀ ਪਲੀਤ ਕਰਕੇ ਰੱਖ ਦਿੱਤੀ ਮੁੰਡੇ ਨੇ। ਦੂਸਰਾ ਹੈ CPS ਅਵਿਨਾਸ਼ ਚੰਦਰ, ਉਹ ਇਸ ਮਾਮਲੇ ਦੇ ਵਿੱਚ ਰਗੜਿਆ ਗਿਆ। ਬਾਅਦ ਦੇ ਵਿੱਚ ਅਕਾਲੀਆਂ ਨੇ ਵੀ ਉਹਨੂੰ ਪੱਠੇ ਨਹੀਂ ਪਾਏ,
ਫਿਰ ਬਾਅਦ ਦੇ ਵਿੱਚ ਕਾਂਗਰਸ 'ਚ ਗਿਆ, ਕਾਂਗਰਸੀਆਂ ਨੇ ਵੀ ਬਹੁਤਾ ਮੂੰਹ ਨਹੀਂ ਲਾਇਆ, ਅੱਧ ਵਿਚਾਲੇ ਜੀ ਲਟਕਦਾ ਰਹਿ ਗਿਆ। ਹਾਲਾਂਕਿ ਸਰਵਣ ਸਿੰਘ ਫਲੌਰ ਹੈ ਜਿਹੜਾ, ਉਹ ਕਾਂਗਰਸੀ ਸਾਫਾ ਗੱਲ 'ਚ ਪਵਾ ਗਿਆ ਸੀ। ਪਰ ਅੱਜ ਜੋ ਈਡੀ ਨੇ ਚਾਰਜ ਸ਼ੀਟ ਦਾਖਲ ਕੀਤੀ ਹੈ ਉਹਦੇ 'ਚ ਇਹਨਾਂ ਦਾ ਨਾਮ ਆ, ਖਾਸ ਤੌਰ ਤੇ ਸਰਵਣ ਸਿੰਘ ਫਲੌਰ ਦਾ, ਦਮਨਵੀਰ ਦਾ ਵੀ ਨਾਂ ਆ, ਅਵਿਨਾਸ਼ ਚੰਦਰ ਦਾ ਨਾਂ ਆ ਗਿਆ, ਜਗਜੀਤ ਸਿੰਘ ਚਾਹਲ ਜਿਹੜਾ ਕਿ ਜਾਣਿਆ ਪਛਾਣਿਆ ਨਾਂ, ਉਹ ਤੇ ਹੈ ਹੀ ਹੈ। ਇਹ 12 ਜਣੇ ਆ ਕੁੱਲ, ਵਿੱਚੋਂ 4-5 ਜਣੇ ਮੇਰੇ ਖਿਆਲ ਦੇ ਨਾਲ ਹਰਿਆਣਾ ਤੋਂ ਆ, ਇੱਕ ਸਰੀ ਕੈਨੇਡਾ ਤੋਂ ਆ ਸੱਜਣ, ਉਹਦਾ ਨਾਂ ਵੀ ਇਸ ਚਾਰਜਸ਼ੀਟ ਦੇ ਵਿੱਚ ਹੈ। 12 ਇਹ ਲੋਕ ਆ ਜਿਨ੍ਹਾਂ ਦੇ ਨਾਮ ਇਸ ਚਾਰਜਸ਼ੀਟ ਦੇ ਵਿੱਚ ਪਾਏ ਗਏ ਆ। ਔਰ ਦੂਜੀ ਗੱਲ, ਕੁਛ ਕੰਪਨੀਆਂ ਨੇ ਉਹਨਾਂ ਦੀ ਜਾਇਦਾਦ ਵੀ ਅਟੈਚ ਕੀਤੀ ਗਈ। ਸਰਵਣ ਸਿੰਘ ਫਲੌਰ ਦੀ ਵੀ ਕੁਛ ਜਾਇਦਾਦ ਹੈ ਜਿਹੜੀ ਉਹ ਅਟੈਚ ਕੀਤੀ ਗਈ ਹੈ। ਦੂਜੀ ਗੱਲ ਜਿਹੜੀ ਕਿ ਇਹਨਾਂ ਦਾ ਨਾਂ ਕਿਵੇਂ ਆਇਆ ਇਸ ਮਾਮਲੇ ਦੇ ਵਿੱਚ, ਤਾਂ ਉਹ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਦੱਸ ਦੇਵਾਂ ਕਿ ਅਸਲ ਦੇ ਵਿੱਚ ਇਹਨਾਂ ਦੀ ਜਿਹੜੀ ਤੰਦ ਜੁੜੀ ਸੀ ਉਹ ਇਸ ਕਰਕੇ ਜੁੜੀ ਸੀ ਕਿ ਕਿਉਂਕਿ ਗੁਰਾਇਆ ਸ਼ਹਿਰ ਦਾ ਇੱਕ ਦਵਾਈਆਂ ਦਾ ਵਪਾਰੀ ਸੀਗਾ ਚੁੰਨੀ ਲਾਲ ਗਾਭਾ, ਔਰ ਚੁੰਨੀ ਲਾਲ ਗਾਭਾ ਕਿਸੇ ਸਮੇਂ ਗੁਰਾਇਆਂ ਦੇ ਬੱਸ ਅੱਡੇ ਤੇ ਕੇਲੇ ਫਲੀਆਂ ਦੀ ਰੇਹੜੀ ਲਾਇਆ ਕਰਦਾ ਸੀ। ਤੇ ਬੱਸ ਚੱਲਦੀ ਪੈਂਦੀ ਸੀ ਤੇ ਪਿੱਛੇ ਹੱਥ 'ਚ ਕੇਲੇ ਵਾਲਾ ਗੁੱਛਾ ਫੜ ਕੇ ਆਵਾਜ਼ਾਂ ਮਾਰਦਾ ਹੁੰਦਾ ਸੀ, 5 ਦੀ ਦਰਜਨ, 5 ਦੀ ਦਰਜਨ। ਬਾਅਦ ਦੇ ਵਿੱਚ ਉਹ ਇਸ ਧੰਦੇ 'ਚ ਪਿਆ ਤੇ ਬਹੁਤ ਹੀ ਤਰੱਕੀ ਕੀਤੀ। ਉਹਦੇ ਕੋਲੋਂ ਇੱਕ ਡੈਰੀ ਫੜੀ ਗਈ ਸੀ, ਕਿਉਂਕਿ ਜਿਹੜੀ ਫੈਕਟਰੀ ਬਦੀ ਦੇ ਵਿੱਚ ਲਾਈ ਸੀ ਇਹਨਾਂ, ਜਿੱਥੇ ਡਰੱਗ ਤਿਆਰ ਕੀਤਾ ਜਾਂਦਾ ਸੀਗਾ, ਜਾਂ ਚਿੱਟਾ ਕਹਿ ਲਓ ਜਾਂ ਹੋਰ ਸਿੰਥੈਟਿਕ ਡਰੱਗ ਕਹਿ ਲਓ, ਜੋ ਉੱਥੇ ਤਿਆਰ ਕੀਤਾ ਜਾਂਦਾ ਸੀਗਾ, ਉਸ ਤੋਂ ਬਾਅਦ ਕਿਉਂਕਿ ਉਹਦੇ ਲਈ ਜਿਹੜੇ ਕੈਮੀਕਲ ਮੁਹੱਈਆ ਕਰਵਾਏ ਜਾਂਦੇ ਸਨ ਉਹ ਇਹਨਾਂ ਦੇ ਮਾਰਫਤ ਹੁੰਦੇ ਸੀ, ਚੁੰਨੀ ਲਾਲ ਗਾਭਾ ਹੋਰਾਂ ਦੇ। ਤਾਂ ਇਹਨਾਂ ਦੀ ਆ ਕੇ ਜਦੋਂ ਤਲਾਸ਼ੀ ਲਈ ਗਈ, ਇਹਨਾਂ ਨੂੰ ਜਦੋਂ ਫੋਲਿਆ ਫਾਲਿਆ ਗਿਆ, ਤਾਂ ਉਹ ਡੈਰੀ ਦੇ ਵਿੱਚੋਂ ਇਹ ਫਲੌਰ ਸਾਹਿਬ ਦਾ ਤੇ ਅਵਿਨਾਸ਼ ਚੰਦਰ ਦਾ ਨਾਮ ਲਿਖਿਆ ਸੀ। ਇਹਨਾਂ ਦੇ ਨਾਮ ਦੇ ਅੱਗੇ ਰਕਮ ਪਾਈ ਗਈ ਸੀ ਕਿ ਇੰਨੇ ਨੇ ਪੈਸੇ ਇਹਨਾਂ ਨੂੰ ਦਿੱਤੇ ਗਏ। ਹਾਲਾਂਕਿ ਉਸ ਡੈਰੀ ਦਾ ਵੀ ਬੜਾ ਵਧੀਆ ਕਿੱਸਾ ਹੈ ਕਿ ਉਹਦੇ ਵਿੱਚੋਂ ਬਾਅਦ ਚ ਕਟਿੰਗ ਵੀ ਸਾਹਮਣੇ ਆ ਗਈ ਸੀ। ਹਾਲਾਂਕਿ ਕੋਸ਼ਿਸ਼ ਕੀਤੀ ਕਿ ਕਿਹਨੇ ਕੀਤੀ ਕਟਿੰਗ ਔਰ ਕਿਹਨੇ ਕਰਵਾਈ ਉਹ ਹੁਣ ਪਤਾ ਨਹੀਂ, ਇਹ ਕਿਹਦੀ ਮਿਹਰਬਾਨੀ ਸੀ, ਪਰ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਬਾਅਦ ਚ ਤੁਹਾਨੂੰ ਪਤਾ ਹੀ ਫੋਰੈਂਸਿਕ ਜਾਂਚ ਦੇ ਵਿੱਚੋਂ ਸਭ ਕੁਝ ਨਿਕਲ ਆਉਂਦਾ। ਤਾਂ ਇਸ ਮਾਮਲੇ ਦੇ ਵਿੱਚ ਇਹਨਾਂ ਦੀ ਫਿਰ ਖਿੱਚਤੂ ਹੋਈ। ਤੁਹਾਨੂੰ ਅੱਗੇ ਦਾ ਕਿੱਸਾ ਪਤਾ ਹੀ ਹੈ, ਸਰਵਣ ਸਿੰਘ ਫਲੌਰ ਨੂੰ ਅਸਤੀਫਾ ਦੇਣਾ ਪਿਆ, ਦਮਨਵੀਰ ਨੂੰ ਉੱਥੇ ਈਡੀ ਦੇ ਸਾਹਮਣੇ ਪੇਸ਼ ਹੋਣਾ ਪਿਆ, ਅਵਿਨਾਸ਼ ਚੰਦਰ ਨੂੰ ਵੀ ਗੇੜੇ ਲਾਉਣੇ ਪਏ। ਇੱਕ ਚੀਜ਼ ਤੁਹਾਨੂੰ ਹੋਰ ਸਾਫ਼ ਕਰ ਦੇਵਾਂ ਕਿ ਕੁਛ ਲੋਕ ਹੁਣ ਇੱਥੇ ਪ੍ਰਾਪੇਗੰਡਾ ਖੜਾ ਕਰੀ ਜਾਂਦੇ ਕਿ ਮਜੀਠੀਆ ਦਾ ਨਾਮ ਨਹੀਂ ਹੈ, ਨਹੀਂ ਫਲਾਣੇ ਦਾ ਨਾਮ ਹੈ ਨਹੀਂ। ਦਰਅਸਲ ਇਹ ਜਿਹੜਾ ਈਡੀ ਵਾਲਾ ਕੇਸ ਹੈ ਅਲੱਗ ਆ। ਕੁਛ ਲੋਕ ਇਹਨੂੰ ਰਲਗੱਡ ਕਰਦੇ ਆ ਕਿ ਡਰੱਗ ਵਾਲਾ ਕੇਸ ਹੀ ਆ, ਹਾਲਾਂਕਿ ਹੈ ਡਰੱਗ ਵਾਲਾ ਕੇਸ, ਪਰ ਇਹਦਾ ਪਾਰਟ ਦੂਸਰਾ ਹੈ। ਜਿਹੜੀ ਈਡੀ ਆ, ਇਨਫੋਰਸਮੈਂਟ ਡਾਇਰੈਕਟੋਰੇਟ ਹੈ ਜਿਹੜੇ, ਉਹ ਵਿਭਾਗ ਦਾ ਕੰਮ ਹੈ ਪੈਸੇ ਲੈਣ ਦੇਣ ਦਾ, ਜੋ ਬਾਹਰੋਂ ਪੈਸਾ ਆਉਂਦਾ ਜਾਂ ਜਾਂਦਾ ਉਸ ਮਾਮਲੇ ਨੂੰ ਉਹ ਦੇਖਦੀ ਹੈ। ਉਹਨਾਂ ਦਾ ਡਰੱਗ ਦੇ ਨਾਲ ਕੋਈ ਤਾਲੁਕਾਤ ਨਹੀਂ ਹੁੰਦਾ। ਸੋ ਕੇਸ ਉਹੀ ਹੈ ਡਰੱਗ ਦਾ, ਪਰ ਇਹ ਮਾਮਲਾ ਅੱਡ ਆ। ਹੁਣ ਉਹਨਾਂ ਨੇ ਅਟੈਚ ਕਰ ਦਿੱਤੀਆਂ ਇਹਨਾਂ ਦੀਆਂ ਜਾਇਦਾਦਾਂ। ਸਭ ਤੋਂ ਜ਼ਿਆਦਾ ਨੁਕਸਾਨ ਮੇਰੇ ਖਿਆਲ ਦੇ ਨਾਲ ਸਰਵਣ ਸਿੰਘ ਫਲੌਰ ਦਾ ਹੋਇਆ। ਸਾਰੀ ਜ਼ਿੰਦਗੀ ਦੀ ਕਮਾਈ ਹੈ ਜਿਹੜੀ ਉਹ ਖੂਹ ਖਾਤੇ ਪੈ ਗਈ। ਜਾਂਦੀ ਵਾਰ ਪਾਰਟੀ ਛੱਡ ਕੇ ਕਾਂਗਰਸ ਸ਼ਾਮਲ ਹੋ ਗਏ, ਉੱਥੋਂ ਟਿਕਟ ਨਾ ਮਿਲੀ ਤੇ ਘਰ ਬਹਿ ਗਏ। ਉੱਤੋਂ ਇਹ ਨੁਕਸਾਨ ਹੋਇਆ ਕਿ ਚਾਰਜਸ਼ੀਟ ਦੇ ਵਿੱਚ ਨਾ ਆ ਗਿਆ, ਹੁਣ ਟਰਾਇਲ ਫੇਸ ਕਰਨਾ ਪੈਣਾ। ਤੇ ਫਿਰ ਕਹਾਣੀ ਜਿਵੇਂ ਪੰਜਾਬੀ ਚਾਹੁੰਦੇ ਆ ਨਾ, ਤੇ ਸਰਵਣ ਸਿੰਘ ਫਲੌਰ ਨਾਲ ਤੇ ਉਹ ਹੋਈ ਜਿਵੇਂ ਆਂਦੇ ਹੁੰਦੇ ਆ ਕਿ ਤੇਲੀ ਵੀ ਕੀਤਾ ਤੇ ਰੁੱਖਾ ਵੀ ਖਾਧਾ, ਸਾਰਾ ਕੁਛ ਛੱਡਿਆ, ਪਰ ਗੱਲ ਫਿਰ ਵੀ ਬਣੀ। ਜਾਨ ਅਸਗੇ ਸ਼ਿਕੰਜੇ ਅੰਦਰ ਜਿਉਂ ਵਿਲਣ ਵਿੱਚ ਗੰਨਾ, ਸਭ ਕੁਛ ਘਾਲਣ ਤੋਂ ਬਾਅਦ ਕੇਸ ਉਹਨਾਂ ਦੇ ਸਿਰ ਤੇ ਪੈ ਗਿਆ। ਜੀ ਜੀ ਜੀ। ਤੇ ਮਿੰਟੂ ਗੁਰਸਰੇ ਜੀ, ਅਗਲੀ ਖਬਰ ਦੇ ਵੱਲ ਆਪਾਂ ਵੱਧਦੇ ਹਾਂ। ਨਵਜੋਤ ਸਿੱਧੂ ਨੂੰ ਹੌਲੀ ਚੱਲਣ ਦੀਆਂ ਹਦਾਇਤਾਂ। ਦੇਖੋ, ਨਵਜੋਤ ਸਿੱਧੂ ਜਦੋਂ ਕ੍ਰਿਕਟ ਖੇਡਦਾ ਹੁੰਦਾ ਸੀ ਨਾ, ਇਹਨੇ ਜਦੋਂ ਡੈਬਿਊ ਕੀਤਾ ਤੇ ਬਹੁਤ ਸਲੋ ਪਲੇਅਰ ਸੀਗਾ। ਬਾਸਰ ਮੁੰਸਰਾ ਵੀ ਇਹਦੇ ਤੋਂ ਮਾਰੀਆਂ ਨਹੀਂ ਸੀ ਜਾਂਦੀਆਂ, ਸ਼ਾਟ ਨਹੀਂ ਸੀ ਕੱਢਿਆ ਜਾਂਦਾ। ਇਹਨੂੰ ਡ੍ਰੌਪ ਕਰ ਦਿੱਤਾ ਗਿਆ ਟੀਮ ਚੋਂ। ਇਹਦੇ ਤੇ ਇੱਕ ਅੰਗਰੇਜ਼ੀ ਅਖਬਾਰ ਨੇ ਬਹੁਤ ਵੱਡਾ ਆਰਟੀਕਲ ਲਿਖਿਆ ਸੀ। ਉਹ ਆਰਟੀਕਲ ਪੜ੍ਹ ਕੇ ਇਹਦਾ ਪਿਤਾ ਬੜੇ ਸਦਮੇ 'ਚ ਗਿਆ ਸੀਗਾ, ਬਹੁਤ ਸਦਮੇ 'ਚ ਚਲੇ ਗਿਆ ਸੀਗਾ ਕਿ ਤੈਨੂੰ ਇੱਥੋਂ ਤੱਕ ਮਸੇ ਤੇ ਪਹੁੰਚਾਇਆ ਸੀ ਤੇ ਤੂੰ ਤੇ ਡੰਡ ਲਵਾ ਕੇ ਆ ਗਿਆ। ਫਿਰ ਇਹਨੇ ਉਹ ਆਰਟੀਕਲ ਕੱਟ ਕੇ ਆਪਦੇ ਕਮਰੇ 'ਚ ਲਾ ਲਿਆ ਸੀ। 2-2.5 ਸਾਲ ਬਹੁਤ ਜ਼ਬਰਦਸਤ ਮਿਹਨਤ ਕੀਤੀ ਸੀ। ਉਸ ਤੋਂ ਬਾਅਦ ਜਦੋਂ ਇਹ ਟੀਮ 'ਚ ਵਾਪਸੀ ਕਰਕੇ ਆਇਆ ਤਾਂ ਉਦੋਂ ਇਹਦੀ ਸ਼ੈਲੀ ਬਦਲੀ ਹੋਈ ਸੀ। ਉਦੋਂ ਇਹ ਡਿਫੈਂਸਿਵ ਨਹੀਂ ਸੀ, ਹਮਲਾਵਰ ਹੋ ਗਿਆ। ਫਿਰ ਉੱਥੋਂ ਹੀ ਇਹਦਾ ਨਾਮ ਪੈ ਗਿਆ ਸਿੱਧੂ ਸਿਕਸਰ।
ਸਿੱਧੂ ਸਿਕਸਰ ਹਾਲੇ ਵੀ ਉਸੇ ਫਾਰਮ ਦੇ ਵਿੱਚ ਹੀ ਚੱਲੀ ਜਾਂਦਾ। ਬੇਸ਼ੱਕ ਕ੍ਰਿਕਟ ਛੱਡ ਗਿਆ, ਉਹ ਛੱਕੇ ਮਾਰਨ ਵਾਲੀ ਫਾਰਮ ਹਾਲੇ ਵੀ ਬਰਕਰਾਰ ਆ। ਸਿਆਸਤ ਦੇ ਵਿੱਚ ਇਹਨੇ ਆਉਂਦੇ ਜਿਸ ਤਰੀਕੇ ਦੀ ਪਾਰੀ ਖੇਡੀ ਹੈ, ਉਹ ਪਾਰੀ ਅੱਗੇ ਵਧਾਉਂਦੇ ਆ। ਬੇਸ਼ੱਕ ਟੀਮ ਬਦਲ ਗਈ, ਹੁਣ ਕਿਸੇ ਹੋਰ ਟੀਮ ਦੇ ਵੱਲੋਂ ਖੇਡਦੇ ਆ, ਪਰ ਉਹ ਪਾਰੀ ਜਿਉਂਦੀ ਤਿਉਂ ਹੀ ਚੱਲਦੀ ਹੈ। ਜਿੱਥੇ ਮਰਜ਼ੀ ਹੈ ਚੌਕੇ ਛੱਕੇ ਮਾਰਨ ਨੂੰ ਸਿੱਧੂ ਨਹੀਂ ਹਟਦਾ। ਹੁਣ ਇਹਨੇ ਧਮਾਲ ਮਚਾਈ ਹੈ ਫਾਸਟਵੇ ਦੇ ਪਿੱਛੇ ਲੱਗ ਕੇ। ਉਹ ਜਿੱਦਾਂ ਇਹਨੇ ਕਾਰਵਾਈ ਕੀਤੀ, ਨਿਗਰਾਨ ਬਰਖਾਸਤ ਕੀਤੇ, ਉਸ ਤੋਂ ਬਾਅਦ ਕੁਛ IAS ਅਫਸਰਾਂ ਤੇ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ। ਉਹਨੂੰ ਲੈ ਕੇ ਇਹ ਮਸਲਾ ਥੋੜਾ ਜਿਹਾ ਉਲਝਦਾ ਜਾਪਦਾ ਹੈ, ਕਿਉਂਕਿ ਕੱਲ ਫੇਰ ਉਹ ਜਿਹੜੇ ਨਿਗਰਾਨ ਸਸਪੈਂਡ ਕੀਤੇ ਸਨ, ਉਹ ਕਹਿੰਦੇ ਜੀ ਸਾਨੂੰ ਪੱਖ ਰੱਖਣ ਦਾ ਮੌਕਾ ਨਹੀਂ ਦਿੱਤਾ। ਇਹ ਕਹਿੰਦਾ ਜੀ ਆ ਜਾਓ, ਐਂ ਕਰੋ ਤੁਸੀਂ ਉੱਥੇ ਆ ਜਾਓ ਚੰਡੀਗੜ੍ਹ। ਜਦੋਂ ਉਹ ਗਏ ਤੇ ਉਹਨਾਂ ਦਾ ਜਲੂਸ ਸਗੋਂ ਇਹਨੇ ਕੱਢਤਾ। ਕੀਤਾ ਕਿ 5-7 ਨਾਲ ਵਿਧਾਇਕ ਲੈ ਕੇ ਬਹਿ ਗਿਆ, ਨਾਲ ਪ੍ਰੈਸ ਸੱਦ ਲਈ, ਉਹਨਾਂ ਨੂੰ ਕਹਿੰਦਾ ਹਾਂ ਬਈ ਆ ਜਾਓ, ਦਿਓ ਸਫਾਈ। ਉਹ ਸਫਾਈ ਉਹਨਾਂ ਨੇ ਕੀ ਦੇਣੀ ਸੀਗੀ? ਉਹ ਤੇ ਉਸ ਮੀਟਿੰਗ ਦੀ ਗਹਿਰਾਈ ਵੇਖ ਕੇ ਡਰ ਗਏ ਤੇ ਉਲਟਾ ਜਦੋਂ ਸਫਾਈ ਦੇਣ ਲੱਗੇ, ਨਵਜੋਤ ਸਿੱਧੂ ਨੇ ਆਪਣੇ ਦੂਣੀ ਦੇ ਪਾੜੇ ਫੜ ਦਿੱਤੇ। ਉਹ ਕਹਿੰਦਾ ਜੀ ਦੱਸੋ ਤੁਹਾਡੇ ਕੋਲ ਅਖਤਿਆਰ ਕੀ ਸੀਗਾ? ਤੁਸੀਂ ਤਾਂ 25,000 ਤੋਂ 50,000 ਤੋਂ ਵੱਧ ਬਿਨਾਂ ਮਤਾ ਪਾਏ ਤੋਂ ਦੇ ਨਹੀਂ ਸਕਦੇ ਟੈਂਡਰ ਕਿਸੇ ਨੂੰ। ਇਹ ਟੈਂਡਰ ਕਿਵੇਂ ਹੋਈ? ਉੱਥੇ ਉਹਨਾਂ ਦੀ ਬੋਲੀ ਸੁੱਕੀ ਗਿਆ, ਸਿਕਰੀ ਆਈ ਗਈ ਬੁੱਲਾਂ ਤੇ, ਕੋਈ ਗੱਲ ਦਾ ਜਵਾਬ ਨਹੀਂ ਦੇ ਸਕੇ। ਹੁਣ ਦੇਖੋ, ਇੱਕ ਤੇ ਉਹਨਾਂ ਨੂੰ ਸਸਪੈਂਡ ਕੀਤਾ, ਅਫਸਰਸ਼ਾਹੀ ਉੱਥੇ ਹੀ ਇਹਦੇ ਨਾਲ ਵਿੰਗੀ ਖਾਣੀ ਹੈ। ਦੂਜਾ ਇਹ ਕਿ ਉਹਨਾਂ ਨੂੰ ਸਫਾਈ ਲੈਣ ਦੇ ਬਹਾਨੇ ਸੱਦ ਕੇ ਹੋਰ ਵੀ ਵਕਤਾਂ 'ਚ ਪਾ ਦਿੱਤਾ। ਹੁਣ ਇਸ ਕਰਕੇ ਅਫਸਰਸ਼ਾਹੀ ਦੇ ਅੰਦਰ ਖਾਤੇ ਸਿੱਧੂ ਤੋਂ ਨਾਰਾਜ਼ ਚੱਲਦੀ ਪਈ ਹੈ ਕਿ ਸਿੱਧੂ ਤੇ ਸਾਰਿਆਂ ਨੂੰ ਧੋ ਕੇ ਰੱਖੀ ਜਾਂਦਾ। ਦੂਜੇ ਪਾਸੇ ਹੜਤਾਲਾਂ ਵੀ ਹੋ ਰਹੀਆਂ ਨੇ, ਧਰਨੇ ਵੀ ਲੱਗ ਰਹੇ ਆ। ਤੀਜੇ ਪਾਸੇ ਇੱਕ ਸਿੱਧੂ ਲਈ ਹੋਰ ਵੀ ਸੰਕੇਤ ਆਇਆ ਕਿ ਇੰਨਾ ਤੱਤਾ ਨਾ ਵਗ, ਇੰਨੀ ਕਾਹਲੀ ਨਾ ਕਰ, ਹੌਲੀ ਚੱਲ। ਉਹ ਆਇਆ ਮੁੱਖ ਮੰਤਰੀ ਦੇ ਦਫ਼ਤਰ ਦੇ, ਦੱਸਦੇ ਆ ਅੰਦਰੂਨੀ ਸੂਤਰ ਕਿ ਨਵਜੋਤ ਸਿੱਧੂ ਨੂੰ ਹਦਾਇਤ ਕੀਤੀ ਗਈ ਹੈ ਕਿ ਥੋੜਾ ਜਿਹਾ ਸਲੋ ਚੱਲ, ਵੇਖ ਕੇ ਚੱਲ। ਪਰ ਨਵਜੋਤ ਸਿੱਧੂ ਕਹਿੰਦਾ ਕਿ ਮੈਂ ਕੁਛ ਵੀ ਗਲਤ ਨਹੀਂ ਕਰਦਾ ਪਿਆ, ਮੈਂ ਤੇ ਜੋ ਪਿੱਛੇ ਗਲਤ ਹੋਇਆ ਉਹਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰਦਾ ਪਿਆ ਵਾਂ ਤੇ ਮੇਰੀ ਬੈਟਿੰਗ ਇਸ ਤਰ੍ਹਾਂ ਹੀ ਜਾਰੀ ਰਹੇਗੀ। ਹੁਣ ਜਿਹੜੇ ਮੁੱਖ ਮੰਤਰੀ ਦੇ ਕਰੀਬੀ ਸੂਤਰ ਆ ਉਹ ਤੇ ਕਹਿੰਦੇ ਆ ਕਿ ਨਵਜੋਤ ਸਿੱਧੂ ਦੀ ਆਖਿਆ ਜਿਹੜੀ ਉਹ ਮੁੱਖ ਮੰਤਰੀ ਦੀ ਕੁਰਸੀ ਤੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਕਹਿ ਚੁੱਕਾ ਇਹ ਮੇਰੀ ਆਖਰੀ ਪਾਰੀ ਹੈ, ਪਰ ਨਵਜੋਤ ਸਿੱਧੂ ਹੈ ਕਿ ਉਹ ਰਿਟਾਇਰ ਹੋਣ ਦਾ ਨਾਂ ਨਹੀਂ ਹਲੇ ਲੈਂਦਾ, ਤਾਂ ਉਹਦੀ ਅੱਖ ਕਿਤੇ ਨਾ ਕਿਤੇ ਇੱਧਰ ਆ। ਦੂਜੇ ਪਾਸੇ ਕੁਛ ਲੋਕ ਇਹ ਵੀ ਕਹਿੰਦੇ ਆ ਕਿ ਕਾਂਗਰਸ ਦੇ ਵਿੱਚੋਂ ਹੀ ਇੱਕ ਧੜਾ ਇਹੋ ਜਿਹਾ ਜਿਹੜਾ ਨਵਜੋਤ ਸਿੱਧੂ ਨੂੰ ਬੜੀ ਪਿੱਠ ਥਾਪੜ ਕੇ ਕਹਿੰਦਾ ਕਿ ਚੱਕ ਦੇ ਫੱਟੇ, ਧੱਕ ਦੇ ਮਰੂਦਾਂ ਦੀ ਰੋੜੀ, ਤੇਰੇ ਨਾਲ ਆ ਸੀ। ਔਰ ਉਹ ਲੋਕ ਚਾਹੁੰਦੇ ਆ ਕਿ ਨਵਜੋਤ ਸਿੱਧੂ ਕਿਸੇ ਖੂਹ ਖਾਤੇ 'ਚ ਡਿੱਗ ਪਵੇ ਔਰ ਇਹਦੇ ਡਿੱਗਣ ਤੋਂ ਬਾਅਦ ਜਿਹੜੀ ਥਾਂ ਖਾਲੀ ਹੋਊਗੀ ਉਹ ਥਾਂ ਅਸੀਂ ਮਲਕ ਲਵਾਂਗੇ। ਸੋ ਨਵਜੋਤ ਸਿੱਧੂ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਪਈਆਂ ਕਿ ਨਵਜੋਤ ਸਿੱਧੂ ਨੂੰ ਕਾਫੀ ਲਤਾੜਿਆ ਵੀ ਗਿਆ, ਕਾਫੀ ਉਹਨੂੰ ਖੁੱਲ੍ਹੇ ਰੂਪ ਦੇ ਵਿੱਚ ਸਮਝਾਇਆ ਵੀ ਗਿਆ ਕਿ ਇੰਨਾ ਤੱਤਾ ਨਾ ਵੱਧ। ਪਰ ਜਿੱਥੋਂ ਤੱਕ ਨਵਜੋਤ ਸਿੱਧੂ ਦੀ ਸ਼ੈਲੀ ਦਾ ਸਵਾਲ ਆ, ਨਵਜੋਤ ਸਿੱਧੂ ਦੀ ਰਾਜਨੀਤੀ ਦਾ ਸਵਾਲ ਆ, ਬੇਸ਼ੱਕ ਜੋ ਮਰਜ਼ੀ ਕੋਈ ਕਹੀ ਜਾਵੇ, ਨਵਜੋਤ ਸਿੱਧੂ ਟਿਕਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹਨੇ ਜੋ ਜਵਾਬ ਦਿੱਤਾ ਕਿ ਮੈਂ ਤੇ ਭਾਈ ਜੋ ਪਿਛਲਿਆਂ ਨੇ ਗਲਤ ਕੀਤਾ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦਾ। ਤਾਂ ਮੇਰੇ ਖਿਆਲ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਨਵਜੋਤ ਸਿੱਧੂ ਨੇ ਸਾਫ਼ ਸੰਕੇਤ ਦੇ ਦਿੱਤਾ ਕਿ ਮੇਰੀਆਂ ਤਾਰਾਂ ਰਾਹੁਲ ਗਾਂਧੀ ਦੇ ਗ੍ਰਿਡ ਦੇ ਵਿੱਚ ਜੁੜੀਆਂ, ਮੈਂ ਐਰੇ ਗਹਿਰੇ ਨੱਥੂ ਖੇਰੇ ਦੀ ਬਹੁਤੀ ਪਰਵਾਹ ਨਹੀਂ ਕਰਦਾ। ਸਹੀ ਗੱਲ ਹੈ ਜੀ। ਤੇ ਜਾਂਦੇ ਮਿੰਟੂ ਗੁਰਸੇਰੇ ਜੀ, ਆਪਾਂ ਗੱਲ ਕਰ ਲਈਏ SYL ਦੇ ਮੁੱਦੇ ਤੇ। ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫੇਰ ਆਇਆ ਉਬਾਲ। ਦੇਖੋ, ਇਸ ਸਿਆਸਤ ਦੇ ਵਿੱਚ ਕਾਫੀ ਉਬਾਲ ਅੱਗੇ ਵੀ ਆਏ ਆ, ਆਉਂਦੇ ਵੀ ਰਹਿਣੇ ਆ। ਸਭ ਤੋਂ ਵੱਡੀ ਗੱਲ ਅੱਜ ਇਹ ਹੋਈ ਕਿ ਪ੍ਰਕਾਸ਼ ਸਿੰਘ ਬਾਦਲ ਬੋਲੇ ਆ ਔਰ ਉਹਨਾਂ ਨੇ ਕਿਹਾ ਕਿ ਜੋ ਵੀ ਰਿਪੇਰੀਅਨ ਸਿਧਾਂਤ ਹੈ ਉਹਦੇ ਅਨੁਸਾਰ ਹੀ ਫੈਸਲਾ ਮੰਨਿਆ ਜਾਏਗਾ। ਜੇ ਰਿਪੇਰੀਅਨ ਸਿਧਾਂਤ ਤੋਂ ਉਲਟਾ ਫੈਸਲਾ ਆਉਂਦਾ ਅਸੀਂ ਨਹੀਂ ਮੰਨਾਂਗੇ। ਕਿ ਬਾਦਲ ਸਾਹਿਬ ਨੂੰ ਕੋਈ ਦੱਸੇ ਕਿ ਬਾਦਲ ਸਾਹਿਬ ਰਿਪੇਰੀਅਨ ਸਿਧਾਂਤ ਤੋਂ ਉਲਟ ਤੇ ਉਦੋਂ ਹੀ ਫੈਸਲਾ ਆ ਗਿਆ ਸੀਗਾ ਜਿੱਦਣ ਤੁਸੀਂ ਚੈੱਕ ਮਨਜ਼ੂਰ ਕੀਤਾ ਸੀ ਪਹਿਲੇ ਦਿਨ। ਜਦੋਂ ਉਹਨਾਂ ਨੇ ਭੇਜਿਆ ਸੀਗਾ ਕਿ ਆਹ ਚੱਕੋ ਕਰੋੜ ਰੁਪਈਏ ਦਾ ਚੈੱਕ ਤੇ ਉਹ ਸਾਰੀ ਸ਼ੁਰੂ ਕਰਵਾਓ ਨਹਿਰ ਦੀ, ਕਿਉਂਕਿ ਧਾਰਾ 78 ਧਾਰਾ 79 ਰਿਪੇਰੀਅਨ ਸਿਧਾਂਤ ਕਿੱਥੇ ਹੈ? ਸਿਧਾਂਤ ਤੇ ਉਦੋਂ ਹੀ ਮਿੱਟੀ ਹੋ ਗਏ ਸੀ ਜਿੱਦਣ ਤੁਸੀਂ ਚੈੱਕ ਲਏ ਸੀ। ਫਿਰ ਉਸ ਤੋਂ ਬਾਅਦ ਜਿੱਦਣ ਪਾਣੀ ਦੇ ਰਾਖੇ ਨੰਬਰ 2 ਨੇ ਟੱਕ ਲਵਾਏ, ਉਹ ਤੀਸਰੇ ਨੰਬਰ ਤੇ ਦਰਬਾਰਾ ਸਿੰਘ ਨੇ ਜਿਹੜਾ ਕੇਸ ਵਾਪਸ ਲਿਆ, ਉਹ ਸਿਧਾਂਤ ਤੇ ਉੱਥੇ ਮਲੀਆ ਮੇਟ ਹੋ ਗਏ, ਉਹਨਾਂ ਨੂੰ ਤੇ ਹੁਣ ਛੱਡੋ। ਦੂਜੇ ਪਾਸੇ ਕਾਂਗਰਸ ਕੋਲ ਬਹੁਤਾ ਕੁਛ ਕਹਿਣ ਨੂੰ ਨਹੀਂ। ਬਾਦਲ ਸਾਹਿਬ ਜੋ ਕਹਿ ਰਹੇ ਆ ਸਿਧਾਂਤਾਂ ਬਾਰੇ, ਦੂਜੇ ਪਾਸੇ ਇਹਨਾਂ ਦੇ ਆਲੋਚਕ, ਕੁਛ ਮੀਡੀਆ ਵਾਲੇ ਤੇ ਕੁਛ ਇਹਨਾਂ ਦੇ ਸਿਆਸੀ ਵਿਰੋਧੀ ਉਹ ਕਹਿੰਦੇ ਪਏ ਆ
कि बादल साहब तो एवें घबराई जाते हैं, बादल साहब के दोए हथी लड्डू है। जे हरियाणे नूं पानी मिलता उत्थे किहड़ा इन्हां दे कोल जमीन है नहीं, ते जे पंजाब कोल रहिंदा इत्थे किहड़ा सियासी जमीन नहीं हैगी। जे पंजाब कोल पानी बचदा तो फिर आपकी सियासी जमीन नूं ला लैणगे। ते देखो असीं तो सारी जिंदगी SYL नूं रोकण लई ला दित्ती है। तो कहंदे कि इन्हां दे दोए हत्थ लड्डू है, घबराउण दी जरूरत नहीं। तीसरा एक बंदा है HS फूलका, जिन्हें अज इस कशमकश दे विच अपने आप नूं शामिल करदिआं बयान दिता है जी। ਉਹਦਾ ਬਿਆਨ बड़ा दिलचस्प है। वो कहता जी कि कैप्टन अमरिंदर सिंह नूं सारे काम छड्ड के शारदा यमुना लिंक नहर का मुद्दा जिहड़ा प्रधानमंत्री के सन्मुख उठाउणा चाहिए है। और मैं कहना राजकरणवीर सिंह जी जिहड़ा आ बयान HS फूलका का, हालांकि असीं आलोचक भी HS फूलका के कई मामलों के, पर जिहड़ा आ बयान आ वो इन्हां सारे बयानों तो वधिया बयान आ। बयान ही नहीं वधिया, ਉਹਦਾ सुझाव भी बहुत कीमती है। जे असीं इहनूं थरमे नाल सुणीए, थरमे नाल विचारीए, ये बहुत बेशकीमती विचार है। वो किदां कि एक SYL ये है, एक SYL होर भी है, यानी शारदा यमुना लिंक नहर कित्थों निकलदी है। ਇਹਦਾ प्रोजैक्ट वैसे पिछली सरकार च पास भी हो चुका है। ਇਹਦਾ प्रोजैक्ट है जिहड़ा ਉਹ ਹੈਗਾ उत्तराखंड ਦੇ टनकपुर ਤੋਂ मुजफ्फरनगर ਦੇ किराना चों निकलदा है। ਇਹਦਾ ਜਿਹੜਾ सारा प्रोजैक्ट उत्थों शुरू ਹੁੰਦਾ है। किराना ਦੇ ਵਿੱਚੋਂ नहर बनाई जानी है, वो थल्ले नूं आउणी है, नेपाल के बार्डर ਤੋਂ ਇਹਨੂੰ थल्ले नूं ਜਿਹੜੀ शारदा नदी है ਉਹਦੇ ਚੋਂ डैम बना बन बना के थल्ले नूं कढ के लियाउणी है। यानी 384 किलोमीटर नहर आएगी ਜਿਹੜੀ आके यमुना च मिल जाएगी। ਉਹਦਾ फायदा की होएगा? ਉਹਦਾ फायदा ये होएगा जिद्दां कल्ला उत्तराखंड ही नहीं, उत्तर प्रदेश, हरियाणा, इस तो इलावा दिल्ली, ना सिर्फ इन्हां दे पानी की जिहड़ी पीण वाली जरूरत है वो पूरी होएगी, बल्कि बहुत सारी इन्हां दी भूमि है जिहड़ी वो सिंचाई हेठ आ जाएगी। मेरे ख्याल दे नाल 3 लाख हैक्टेयर जमीन है जिहड़ी वो इस प्रोजैक्ट चलन तो बाद सिंचाई योग हो जाएगी। सो एक बहुत वधिया प्रोजैक्ट है। हरियाणे नूं समझाउणा चाहीदा कि तुहानूं पानी चाहिए। उत्तराखंड दे विच शारदा नदी करके बहुत हड़ आउंदे आ, वो हड़ां तो बच जाणगे, तुसीं प्यास तो बच जाओगे, दिल्ली वालियां दी भी पानी की कमती दूर हो जाएगी। तुसीं पंजाब नूं जरूर मारना जदों तुहाडा उधर सौरदा है, सगों पंजाब नूं कहो कि साडा सहयोग करो, पंजाब तुहाडा सहयोग भी करोगी। तो मेरे ख्याल दे नाल HS फूलका ने जो ये बयान दिता, जो ये सुझाव दिता, ये विचारन वाला, कल्ला इहनूं सियासी बयान के तौर पर नहीं लेना चाहिए, इनू चिट्ठ लेना चाहिए। हो सकता पंजाब का किते न किते इहदे च भला हो जाए, कल्ला पंजाब का ही नहीं, हरियाणा, दिल्ली, उत्तर प्रदेश, उत्तराखंड इन्हां सारिਆਂ ਦਾ भला हो जाए। जी बिल्कुल मिंटू जी, तो बहुत बहुत तुहाडा धन्नवाद करते मिंटू गुरसरिया जी, तुसीं साडे नाल जुड़े, इन्हां खबरां बारे सानूं विस्तार च जानकारियां दित्तियां। अगली वार तक लई बहुत बहुत धन्नवाद, बड़ी मेहरबानी, सत श्री अकाल। सत श्री अकाल। तो श्रोते इत्थे ही साडा अज दा प्रोग्राम खबर ते नज़र समाप्त है। मिलांगे अगले प्रोग्राम च, उदों तक लई तुहानूं सारिਆਂ ਨੂੰ बहुत प्यार सत्कार सह दोनों हाथ जोड़ के निੱਘੀ ਜਿਹੀ सत श्री अकाल। जिंदे वास्ते रहो, हसदे खेलते रहो, सुनते रहो जी पंजाबी रेडियो USA।